ਦਿੱਲੀ ਵਿੱਚ 3 ਕਾਲੇ ਕਿਸਾਨੀ ਕਾਨੂੰਨਾਂ ਖਿਲਾਫ 100 ਦਿਨਾਂ ਤੋਂ ਵੱਧ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਦੁਨੀਆ ਭਰ ਵਿੱਚ ਸਮਰਥਨ ਮਿਲ ਰਿਹਾ ਹੈ। ਹਰ ਰੋਜ਼ ਜੱਦੋ-ਜਹਿਦ ਦੀਆਂ ਖਬਰਾਂ ਪੜ੍ਹਨ, ਸੁਣਨ ਅਤੇ ਵੇਖਣ ਨੂੰ ਮਿਲ ਰਹੀਆਂ ਹਨ। ਦਿੱਲੀ ਵਿੱਚ ਬੈਠੇ ਕਿਸਾਨ, ਭਾਰਤ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨ ਅਤੇ ਦੁਨੀਆ ਭਰ ਵਿੱਚ ਉਹਨਾਂ ਦੇ ਸਮਰਥਨ ਵਿੱਚ ਇਕੱਠੇ ਹੋਏ ਲੋਕ ਪੂਰੇ ਜ਼ੋਰ ਨਾਲ ਨਾਅਰਾ ਲਗਾਉਂਦੇ ਹਨ, ਇਨਕਲਾਬ ਜ਼ਿੰਦਾਬਾਦ, ਕਿਸਾਨ ਅੰਦੋਲਨ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਅੰਦੋਲਨ, ਇਨਕਲਾਬ ਜ਼ਿੰਦਾਬਾਦ। 90 ਵਰ੍ਹੇ ਪਹਿਲਾਂ 23 ਮਾਰਚ ਦੀ ਸ਼ਾਮ ਕਰੀਬਨ 7 ਵਜੇ ਇਨਕਲਾਬ ਜ਼ਿੰਦਾਬਾਦ ਦੇ ਇਨ੍ਹਾਂ ਜੋਸ਼ੀਲੇ ਨਾਅਰਿਆਂ ਨਾਲ ਗੂੰਜ ਉੱਠੀ ਸੀ ਸੈਂਟਰਲ ਜੇਲ੍ਹ ਲਾਹੌਰ। ਹੱਥਾਂ ਪੈਰਾਂ ਵਿੱਚ ਬੇੜੀਆਂ, ਕਾਲੇ ਕੱਪੜੇ ਪਾ ਚੜ੍ਹਦੀ ਉਮਰ ਦੇ 3 ਨੌਜਵਾਨ ਜੇਲ੍ਹ ਦੀਆਂ ਗਲੀਆਂ ਵਿੱਚੋਂ ਇਹੀ ਨਾਅਰੇ ਲਗਾਉਂਦੇ ਫਾਂਸੀ ਦੇ ਤਖਤੇ ਵੱਲ ਤੁਰੇ ਜਾ ਰਹੇ ਸਨ। ਬੈਰਕਾਂ ਵਿੱਚ ਬੰਦ ਕੈਦੀ ਵੀ ਉੱਚੀ ਉੱਚੀ ਇਨਕਲਾਬ ਜ਼ਿੰਦਾਬਾਦ ਕਹਿ ਉਹਨਾਂ ਦਾ ਸਾਥ ਦੇ ਰਹੇ ਸਨ। ਤੇ ਆਵਾਜ਼ ਆਈ, ਕੋਈ ਆਖਰੀ ਇੱਛਾ? ਸਾਡੇ ਹੱਥ ਖੋਲ ਦਿਓ। ਜਾਣ ਤੋਂ ਪਹਿਲਾਂ ਅਸੀਂ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਉਣਾ ਚਾਹੁੰਦੇ ਹਾਂ। ਜੱਫੀ ਪਾਉਣ ਮਗਰੋਂ ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੀ ਆਵਾਜ਼ ਅੱਗੇ ਨਾਲੋਂ ਹੋਰ ਵੀ ਉੱਚੀ ਹੋ ਗਈ, ਜਿਵੇਂ ਸੁਣਨ ਵਾਲਿਆਂ ਦੇ ਕੰਨਾਂ ਨੂੰ ਵਿੰਨ, ਕੰਧਾਂ ਨੂੰ ਪਾੜ ਲਾਹੌਰ ਸ਼ਹਿਰ ਤੋਂ ਹੁੰਦੀ ਹੋਈ ਸਾਰੇ ਭਾਰਤ ਵਿੱਚ ਫੈਲ ਗਈ ਹੋਵੇ। ਬੈਰਕਾਂ ਵਿੱਚ ਬੰਦ ਕੈਦੀ ਬੇਬਸੀ ਨਾਲ ਤਿਲ ਮਿਲਾ ਰਹੇ ਸਨ। ਬਾਹਰ ਖੜੀ ਲੁਕਾਈ ਗੁੱਸੇ ਵਿੱਚ ਚੀਕ ਰਹੀ ਸੀ। ਅਤੇ ਫਿਰ ਇਨਕਲਾਬ ਜ਼ਿੰਦਾਬਾਦ ਦੀ ਆਵਾਜ਼ ਆਉਣੋਂ ਇੱਕਦਮ ਰੁਕ ਗਈ। ਫਿਜ਼ਾ ਖਾਮੋਸ਼ ਹੋ ਗਈ। ਉਸ ਸ਼ਾਮ 7:30 ਉੱਪਰ ਘੜੀ ਸ਼ਾਇਦ ਹਮੇਸ਼ਾ ਲਈ ਖੜੀ ਹੋ ਗਈ। ਪਰ ਇਨਕਲਾਬ ਜ਼ਿੰਦਾਬਾਦ ਦੀ ਗੂੰਜ ਇੱਕ ਵੱਖਰੇ ਅੰਦਾਜ਼ ਵਿੱਚ ਸਾਰੇ ਭਾਰਤ ਵਿੱਚ ਪਹੁੰਚ ਗਈ ਸੀ। ਅੱਜ ਵੀ ਇਹ ਗੂੰਜ 90 ਸਾਲਾਂ ਮਗਰੋਂ ਕਿਸਾਨਾਂ, ਮਜ਼ਦੂਰਾਂ, ਕਾਲੇ ਕਾਨੂੰਨਾਂ ਦੀ ਧੱਕੇਸ਼ਾਹੀ ਵਿਰੁੱਧ ਪ੍ਰਦਰਸ਼ਨ ਕਰਦੇ ਸਭਨਾਂ ਦੇ ਮੂੰਹੋਂ ਸੁਣਨ ਨੂੰ ਮਿਲਦੀ ਹੈ। ਮਨ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਆਖਰ ਇਨਕਲਾਬ ਹੈ ਕੀ? ਇਹ ਅੰਦੋਲਨ, ਇਹ ਸੰਘਰਸ਼ ਹੁੰਦੇ ਕੀ ਹਨ? ਇਹਨਾਂ ਦੀ ਲੋੜ ਕਿਉਂ ਪੈਂਦੀ ਹੈ? ਸਦੀਆਂ ਪਹਿਲਾਂ ਵੀ ਅਤੇ ਅੱਜ ਵੀ। ਭਾਵੇਂ ਅਸੈਂਬਲੀ ਵਿੱਚ ਬੰਬ ਸੁੱਟ ਜਾਂ ਇਲਾਹਾਬਾਦ ਦੇ ਐਲਫਰਡ ਪਾਰਕ ਵਿੱਚ ਮੌਤ ਨੂੰ ਚੁੰਮਣ ਤੋਂ ਪਹਿਲਾਂ, ਜਾਂ ਕਿਸੇ ਰੇਲ ਰੋਕੂ ਅੰਦੋਲਨ ਦੌਰਾਨ ਡਾਂਗਾਂ ਖਾਂਦੇ, ਜਾਂ ਕੋਰੇ ਅਤੇ ਗੜਿਆਂ ਵਿੱਚ ਦਿੱਲੀ ਦੀਆਂ ਸੜਕਾਂ ਉੱਪਰ ਰਾਤਾਂ ਕੱਟਦੇ ਹੋਏ, ਕਦੀ ਸਾਮਰਾਜਵਾਦ, ਕਦੀ ਬਸਤੀਵਾਦ ਅਤੇ ਕਦੀ ਸਰਕਾਰੀ ਨਿਜ਼ਾਮ। ਅੰਦੋਲਨ, ਜਿਸ ਨੂੰ ਅੰਗਰੇਜ਼ੀ ਵਿੱਚ ਮੂਵਮੈਂਟ ਕਹਿੰਦੇ ਹਾਂ, ਅਤੇ ਇਨਕਲਾਬ ਦਾ ਅੰਗਰੇਜ਼ੀ ਤਰਜਮਾ ਹੈ ਰੈਵੋਲੂਸ਼ਨ। ਜਿਉਂਦੇ ਜਾਗਦੇ ਸਮਾਜ ਵਿੱਚ ਜਦੋਂ ਖੜੋਤ ਆ ਜਾਵੇ, ਵਿਚਾਰਧਾਰਾ, ਕਦਰਾਂ ਕੀਮਤਾਂ ਮੁਰਦਾ ਹੋ ਜਾਂਦੀਆਂ ਹਨ। ਜ਼ਿੰਦਗੀ ਦੇ ਚੱਲਦੇ ਰਹਿਣ ਲਈ ਗਤੀ ਬਹੁਤ ਜ਼ਰੂਰੀ ਹੈ। ਦਿਸ਼ਾ ਕੋਈ ਵੀ ਹੋਵੇ, ਅੰਦੋਲਨ ਸਮਾਜ ਵਿਚਲੀ ਖੜੋਤ ਨੂੰ ਦੂਰ ਕਰਨ ਦੀ ਕੋਸ਼ਿਸ਼ ਤਹਿਤ ਕੀਤਾ ਜਾਂਦਾ ਹੈ। ਪਰ ਜਦੋਂ ਸਮਾਜ ਅਤੇ ਉਸ ਦੀ ਵਿਚਾਰਧਾਰਾ ਦਾ ਪੁਨਰ ਨਿਰਮਾਣ ਕਰਨਾ ਹੋਵੇ ਤਾਂ ਇਨਕਲਾਬ ਜ਼ਰੂਰੀ ਹੁੰਦਾ ਹੈ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਨੀਫੈਸਟੋ ਨੂੰ ਪੜ੍ਹੀਏ ਤਾਂ ਇਹਨਾਂ ਸੂਰਬੀਰਾਂ ਦੀ ਸੋਚ ਵਿੱਚ ਇਨਕਲਾਬ ਦੇ ਮਾਇਨੇ ਸਪਸ਼ਟ ਹੋ ਜਾਂਦੇ ਹਨ। ਇਨਕਲਾਬ ਯਕੀਨੀ, ਅਣਸੋਚੀ ਸਮਝੀ ਕਤਲਾਂ ਅਤੇ ਸਾੜ ਫੂਕ ਦੀ ਦੁਰਿੰਦਾ ਮੁਹਿੰਮ ਨਹੀਂ, ਅਤੇ ਨਾ ਹੀ ਚੰਦ ਬੰਬ ਇੱਥੇ ਉੱਥੇ ਸੁੱਟਣ ਅਤੇ ਗੋਲੀਆਂ ਚਲਾਉਣਾ ਹੈ, ਅਤੇ ਨਾ ਹੀ ਸੱਭਿਆਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਅਤੇ ਸਮੇਂ ਤੋਂ ਮੰਨੇ ਪ੍ਰਮੰਨੇ ਇਨਸਾਫ ਅਤੇ ਬਰਾਬਰੀ ਦੇ ਅਸੂਲ ਤਬਾਹ ਕਰਨਾ ਹੈ। ਇਨਕਲਾਬ ਕੋਈ ਮਾਯੂਸੀ ਤੋਂ ਪੈਦਾ ਹੋਇਆ ਫਲਸਫਾ ਵੀ ਨਹੀਂ, ਤੇ ਨਾ ਹੀ ਸਿਰਲੱਥਾਂ ਦਾ ਕੋਈ ਸਿਧਾਂਤ ਹੈ। ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ। ਇਹ ਇੱਕ ਪੁਖਤਾ ਤੇ ਜ਼ਿੰਦਾ ਤਾਕਤ ਹੈ ਜੋ ਨਵੇਂ ਤੇ ਪੁਰਾਣੇ ਦੀ, ਜੀਵਨ ਤੇ ਮੌਤ, ਰੌਸ਼ਨੀ ਅਤੇ ਹਨੇਰੇ ਦੀ ਅੰਤਰੀਵੀ ਟੱਕਰ ਦਾ ਇਜ਼ਹਾਰ ਹੈ। ਅਦਾਲਤ ਵਿੱਚ ਜੱਜ ਦੇ ਪੁੱਛੇ ਜਾਣ ਤੇ ਕਿ ਤੁਸੀਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਕਿਉਂ ਲਗਾਉਂਦੇ ਹੋ, ਕਿਹੜਾ ਇਨਕਲਾਬ ਲਿਆਉਣਾ ਚਾਹੁੰਦੇ ਹੋ, ਤਾਂ ਭਗਤ ਸਿੰਘ ਨੇ ਦੱਸਿਆ ਸੀ ਕਿ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਵਾਲੇ ਸਮਾਜ ਨੂੰ ਖਤਮ ਕਰਕੇ ਨਵੇਂ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ, ਜਿਹੜਾ ਬਰਾਬਰੀ ਤੇ ਆਧਾਰਿਤ ਹੋਵੇਗਾ। ਭਗਤ ਸਿੰਘ ਦਾ ਇਨਕਲਾਬ ਬਰਾਬਰੀ, ਸਮਾਨਤਾ, ਨਿਰਪੱਖਤਾ ਦਿਵਾਉਣ ਵਿੱਚ ਵਿਸ਼ਵਾਸ ਰੱਖਦਾ ਹੈ। ਆਪਣੀ ਜੇਲ੍ਹ ਡਾਇਰੀ ਦੇ ਪੰਨਾ 124 ਤੇ ਭਗਤ ਸਿੰਘ ਜੀਵਨ ਦੇ ਉਦੇਸ਼ ਬਾਰੇ ਨੋਟ ਵਿੱਚ ਉਹ ਲਿਖਦੇ ਹਨ, ਜੀਵਨ ਦਾ ਉਦੇਸ਼ ਮਨ ਨੂੰ ਨਿਯੰਤਰਣ ਕਰਨਾ ਨਹੀਂ, ਬਲਕਿ ਉਸ ਦਾ ਵਿਕਾਸ ਕਰਨਾ ਹੈ। ਮਰਨ ਦੇ ਬਾਅਦ ਮੁਕਤੀ ਪ੍ਰਾਪਤ ਕਰਨਾ ਨਹੀਂ, ਬਲਕਿ ਇਸ ਸੰਸਾਰ ਵਿੱਚ ਹੀ ਉਸ ਦਾ ਸਭ ਤੋਂ ਵਧੀਆ ਇਸਤੇਮਾਲ ਕਰਨਾ ਹੈ। ਕੇਵਲ ਧਿਆਨ ਵਿੱਚ ਹੀ ਨਹੀਂ, ਬਲਕਿ ਰੋਜ਼ਾਨਾ ਜੀਵਨ ਦੇ ਯਥਾਰਥ ਅਨੁਭਵ ਵਿੱਚ ਵੀ ਸੱਚ, ਸ਼ਿਵ ਅਤੇ ਸੁੰਦਰ ਦਾ ਰੂਬਰੂ ਕਰਨਾ ਹੈ। ਸਮਾਜਿਕ ਉੱਨਤੀ ਕੁਝ ਕੁ ਦੀ ਉੱਨਤੀ ਉੱਪਰ ਨਹੀਂ, ਬਲਕਿ ਸਾਰਿਆਂ ਦੇ ਸੁਧਾਰ ਕਰਨ ਉੱਪਰ ਨਿਰਭਰ ਕਰਦੀ ਹੈ।
ਅਤੇ ਆਤਮਿਕ ਲੋਕਤੰਤਰ ਜਾਂ ਵਿਸ਼ਵ ਵਿਆਪੀ ਭਾਈਚਾਰਾ ਸਿਰਫ ਤਾਂ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਸਮਾਜਿਕ, ਰਾਜਨੀਤਿਕ ਅਤੇ ਉਦਯੋਗਿਕ ਜੀਵਨ ਵਿੱਚ ਮੌਕਿਆਂ ਦੀ ਸਮਾਨਤਾ ਹੋਵੇ। ਫਾਂਸੀ ਦੇ ਫੰਦੇ ਵੀ ਚੁੰਮੇ, ਭਰ ਜਵਾਨੀ ਵਿੱਚ ਆਪਣੇ ਜੀਵਨ ਦਾ ਬਲੀਦਾਨ ਵੀ ਦਿੱਤਾ, ਦੇਸ਼ ਆਜ਼ਾਦ ਵੀ ਹੋਇਆ, ਪਰ ਸੁਪਨੇ ਅਤੇ ਵਿਚਾਰਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਭਗਤ ਸਿੰਘ ਇੱਕ ਚਿੰਤਕ, ਇੱਕ ਇਨਕਲਾਬੀ ਤੋਂ ਕੇਵਲ ਦੇਸ਼ ਭਗਤ ਹੀ ਬਣਾ ਦਿੱਤਾ ਗਿਆ। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਹੈ, ਭਗਤ ਸਿੰਘ ਕੇਵਲ ਜਾਬਾਜ਼ ਨੌਜਵਾਨ ਹੀ ਨਹੀਂ ਸੀ, ਇੱਕ ਦੂਰਦਰਸ਼ੀ ਵਿਚਾਰਕ ਵੀ ਸੀ। ਪਰ ਉਸਦੇ ਵਿਚਾਰ ਕੀ ਸਨ? ਭਾਰਤੀ ਸਮਾਜ ਵਿੱਚ ਉਸਨੇ ਕੀ ਊਣਤਾਈਆਂ ਵੇਖੀਆਂ ਜਿਨ੍ਹਾਂ ਨੂੰ ਠੀਕ ਕਰਨਾ ਉਸ ਸਮੇਂ ਵੀ ਜ਼ਰੂਰੀ ਸੀ ਅਤੇ ਅੱਜ ਵੀ ਹੈ। ਆਪਣੀ ਡਾਇਰੀ ਵਿੱਚੋਂ ਪ੍ਰੋਫੈਸਰ ਚਮਨ ਲਾਲ ਜੀ ਦਾ ਨੰਬਰ ਲੱਭ ਫੋਨ ਮਿਲਾਇਆ। ਪ੍ਰੋਫੈਸਰ ਸਾਹਿਬ ਨੂੰ ਪ੍ਰਣਾਮ ਕਰ ਆਪਣੇ ਮਨ ਵਿੱਚ ਆਉਂਦੇ ਵਿਚਾਰ ਉਹਨਾਂ ਨਾਲ ਸਾਂਝੇ ਕੀਤੇ। ਸੁਣਨ ਵਾਲਿਆਂ 'ਚੋਂ ਬਹੁਤਿਆਂ ਨੂੰ ਪਤਾ ਹੀ ਹੋਵੇਗਾ ਕਿ ਪ੍ਰੋਫੈਸਰ ਚਮਨ ਲਾਲ ਦਿੱਲੀ JNU ਦੇ ਰਿਟਾਇਰ ਪ੍ਰੋਫੈਸਰ ਹਨ ਅਤੇ ਦਹਾਕਿਆਂ ਤੋਂ ਭਾਰਤੀ ਆਜ਼ਾਦੀ ਦੇ ਸਿਰਕੱਢ ਨਾਇਕ ਭਗਤ ਸਿੰਘ, ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ, ਉਹਨਾਂ ਦੇ ਸੰਗੀ ਸਾਥੀਆਂ ਅਤੇ ਉਹਨਾਂ ਦੀ ਸੰਸਥਾ ਦ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਉੱਪਰ ਬੜੀ ਬਰੀਕੀ ਨਾਲ ਖੋਜ ਕਰਕੇ ਆਜ਼ਾਦੀ ਦੇ ਪਰਵਾਨਿਆਂ ਉੱਪਰ ਕਿਤਾਬਾਂ, ਬਲੌਗਸ, ਭਗਤ ਸਿੰਘ ਆਰਕਾਈਵਜ਼ ਅਤੇ ਰਿਸੋਰਸ ਸੈਂਟਰ ਦਿੱਲੀ ਵਿੱਚ ਇਕੱਠਾ ਕਰਨ ਦਾ ਬਹੁਤ ਵਧੀਆ ਉਦਮ ਕਰ ਰਹੇ ਹਨ। ਉਹਨਾਂ ਭਗਤ ਸਿੰਘ ਦੇ ਵਿਚਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ਭਗਤ ਸਿੰਘ ਦੇ ਵਿਚਾਰ ਜਿਹੜੇ ਨੇ ਉਹਨਾਂ ਦਾ ਹਿੱਸਾ ਕਾਫੀ ਯੂਨੀਵਰਸਲ ਹੈ, ਉਹ ਸਾਰੀ ਦੁਨੀਆ ਤੇ ਲਾਗੂ ਹੁੰਦੇ ਨੇ, ਪੂਰੀ ਦੁਨੀਆ ਦੀ ਮਨੁੱਖਤਾ ਤੇ ਲਾਗੂ ਹੁੰਦੇ ਨੇ। ਪਰ ਜੇ ਅਸੀਂ ਇਹਨੂੰ ਥੋੜਾ ਨੈਰੋ ਕਰਕੇ ਕਹਾਂਗੇ ਕਿ ਸਾਡੇ ਹਿੰਦੁਸਤਾਨ ਵਾਸਤੇ ਜਾਂ ਨਾਲ ਲੱਗਦੇ ਮੁਲਕਾਂ ਵਾਸਤੇ, ਪਾਕਿਸਤਾਨ ਵਾਸਤੇ, ਬੰਗਲਾਦੇਸ਼ ਵਾਸਤੇ ਜਾਂ ਨੇਪਾਲ ਵਗੈਰਾ ਵਾਸਤੇ, ਤਾਂ ਉਹਦੇ 3-4 ਚੀਜ਼ਾਂ ਅੰਡਰਲਾਈਨ ਕਰਨ ਵਾਲੀਆਂ ਨੇ। ਪਹਿਲੀ ਚੀਜ਼, ਹਿੰਦੁਸਤਾਨ ਦੀਆਂ ਜਿਹੜੀਆਂ ਬਿਮਾਰੀਆਂ ਨੇ ਬਹੁਤ ਭੈੜੀਆਂ ਤੇ ਬਹੁਤ ਡੂੰਘੀਆਂ ਧੱਸੀਆਂ ਹੋਈਆਂ, ਜਿਹਨੇ ਪੂਰੇ ਸਮਾਜ ਦਾ ਸੱਤਿਆਨਾਸ਼ ਕਰ ਰੱਖਿਆ, ਉਹ ਹੈਗਾ ਫਿਰਕਾ ਪ੍ਰਸਤੀ। ਫਿਰਕਾ ਪ੍ਰਸਤੀ ਦੇ ਖਿਲਾਫ ਭਗਤ ਸਿੰਘ ਨੇ ਸਭ ਤੋਂ ਵੱਧ, ਜਿਹਨੂੰ ਕਹਿਣਾ ਚਾਹੀਦਾ ਕਿ ਤਾਕਤ ਨਾਲ ਲਿਖਿਆ। ਆਪਣੇ 2 ਲੇਖਾਂ ਦੇ ਵਿੱਚ ਉਹਨਾਂ ਨੇ ਜ਼ਾਹਰ ਕੀਤਾ ਕਿ ਫਿਰਕਾ ਪ੍ਰਸਤੀ ਹਿੰਦੁਸਤਾਨ ਦੇ ਲੋਕਾਂ ਦੀ ਦੁਸ਼ਮਣ ਹੈ, ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਲੜਾਉਂਦੇ ਨੇ ਤੇ ਉਹ ਹਿੰਦੁਸਤਾਨ ਦੇ ਦੁਸ਼ਮਣ ਨੇ। ਉਹ ਜਿਹੜੇ ਫਿਰਕਾ ਪ੍ਰਸਤ ਲੋਕਾਂ ਨੂੰ ਉਹ ਹਿੰਦੁਸਤਾਨ ਦਾ ਦੁਸ਼ਮਣ ਸਮਝਦੇ। ਉਹਦੇ 'ਚ ਉਹਨਾਂ ਨੇ ਫਿਰ ਦੰਗੇ ਅਤੇ ਉਹਨਾਂ ਦਾ ਇਲਾਜ, ਇੱਕ ਲੇਖ ਉਹਨਾਂ ਦਾ ਇਹ ਲਿਖਿਆ ਹੋਇਆ ਤੇ ਇੱਕ ਮਜ਼ਹਬ ਅਤੇ ਸਾਡੀ ਆਜ਼ਾਦੀ ਦੀ ਜੰਗ। ਇਸ ਧਰਮ ਨੇ, ਇਹਨਾਂ ਧਰਮਾਂ ਨੇ ਹਿੰਦੁਸਤਾਨ ਦਾ ਬੇੜਾ ਗਰਕ ਕਰ ਰੱਖਿਆ। ਇਹ ਚੀਜ਼ ਭਗਤ ਸਿੰਘ ਨੇ ਸਾਫ਼ ਲਿਖੀ। ਉਹ ਕਿਸੇ ਧਰਮ ਨੂੰ ਟਾਰਗੇਟ, ਇੱਕ ਖਾਸ ਧਰਮ ਨੂੰ ਕਿਸੇ ਨੂੰ ਟਾਰਗੇਟ ਨਹੀਂ ਕਹਿੰਦਾ, ਸਾਰੇ ਧਰਮਾਂ ਬਾਰੇ ਕਹਿੰਦਾ। ਇਹਨਾਂ ਧਰਮਾਂ ਨੇ ਹਿੰਦੁਸਤਾਨ ਦਾ ਬੇੜਾ ਗਰਕ ਕਰ ਰੱਖਿਆ। ਇੱਕ ਗੱਲ ਇਹ ਜੀ, ਔਰ ਇਸੇ ਕਰਕੇ ਉਹਨੇ ਸਾਫ਼ ਦਿੱਤਾ ਹੈ ਕਿ ਮੈਂ ਨਾਸਤਿਕ ਕਿਉਂ ਹਾਂ। ਪੂਰਾ ਲੇਖ ਲਿਖਿਆ ਉਹਨੇ ਕਿ ਮੈਂ ਨਾਸਤਿਕ ਕਿਉਂ ਹਾਂ। ਉਹਨੇ ਆਪਣੇ ਵਿਚਾਰਾਂ ਦਾ ਤਾਰਕਿਕ ਆਧਾਰ ਦਿੱਤਾ ਕਿ ਨਾਸਤਿਕ ਹੋਣਾ ਕਿਉਂ ਇਨਸਾਨੀਅਤ ਵਾਸਤੇ ਜ਼ਰੂਰੀ ਹੈ, ਕਿਉਂ ਮਨੁੱਖਤਾ ਵਾਸਤੇ ਜ਼ਰੂਰੀ ਹੈ। ਔਰ ਦੂਸਰਾ ਜਿਹੜਾ ਉਹਨਾਂ ਨੇ ਲਿਖਿਆ ਲੇਖ, ਹਿੰਦੁਸਤਾਨ ਦੀ ਜਾਤ ਪਾਤ ਦੀ ਸਮੱਸਿਆ ਦੇ ਕੋੜ ਬਾਰੇ ਲਿਖਿਆ। ਉਹ ਲਿਖਿਆ ਉਹਨਾਂ ਨੇ ਅਛੂਤ ਸਮੱਸਿਆ। ਉਹਦੇ 'ਚ ਵੀ ਇਹਨਾਂ ਨੇ ਲਗਭਗ ਬਹੁਤ ਸਖਤੀ ਨਾਲ ਕਿਹਾ ਕਿ ਤੁਹਾਡੀ ਗੋਦ ਦੇ ਵਿੱਚ ਇੱਕ ਕੁੱਤਾ ਤਾਂ ਆ ਕੇ ਬਹਿ ਸਕਦਾ, ਪਰ ਜੇ ਤੁਹਾਡੇ ਇੱਥੇ ਤੁਹਾਡੀ ਰਸੋਈ ਦੇ ਵਿੱਚ ਕੁੱਤਾ ਆ ਕੇ ਬਹਿ ਸਕਦਾ, ਤੁਹਾਡੀ ਥਾਲੀ 'ਚ ਰੋਟੀ ਖਾ ਸਕਦਾ, ਲੇਕਿਨ ਜੇ ਇੱਕ ਕੋਈ ਦਲਿਤ ਦਾ ਪੈਰ ਵੀ ਧਰਿਆ ਜਾਵੇ ਵਿਹਲੀ ਤੇ ਰਸੋਈ ਦੇ, ਤਾਂ ਤੁਸੀਂ ਸਾਰਾ ਟੁੱਟ ਜਾਓ, ਤੁਹਾਡਾ ਧਰਮ ਭ੍ਰਿਸ਼ਟ ਹੋ ਜਾਂਦਾ, ਤੁਸੀਂ ਇੰਨਾ ਉਸ ਨਾਲ ਗੈਰ ਇਨਸਾਨੀ ਸਲੂਕ ਕਰਦੇ ਹੋ। ਤੇ ਇਹ ਜਿਹੜਾ ਹਿੰਦੁਸਤਾਨ ਦਾ ਕੋਡ ਹੈ, ਇਸ ਕਰਕੇ ਉਹਨੇ ਫਿਰਕਾ ਪ੍ਰਸਤੀ ਤੇ ਇਸ ਤਰੀਕੇ ਨਾਲ ਜਿਹੜਾ ਦਲਿਤਾਂ ਨਾਲ ਸਲੂਕ ਕੀਤਾ ਜਾਂਦਾ, ਉਹਨੂੰ ਦੋਹਾਂ ਨੂੰ ਉਹ ਹਿੰਦੁਸਤਾਨ ਦਾ ਦੁਸ਼ਮਣ ਗਿਰਦਾਵਰਦਾ ਹੈ, ਹਿੰਦੁਸਤਾਨੀ ਸਮਾਜ ਦਾ। ਭਗਤ ਸਿੰਘ ਨੇ ਨਾ ਸਿਰਫ ਇੱਕ ਨਵੇਂ ਸਮਾਜ ਦਾ ਸੁਪਨਾ ਦੇਖਿਆ, ਸਗੋਂ ਉਸ ਦਾ ਇੱਕ ਨਕਸ਼ਾ ਵੀ ਸਾਹਮਣੇ ਰੱਖਿਆ ਅਤੇ ਉਸ ਨੂੰ ਹਾਸਲ ਕਰਨ ਦੇ ਰਸਤੇ ਦੀ ਇੱਕ ਰੂਪਰੇਖਾ ਵੀ ਪੇਸ਼ ਕੀਤੀ। ਫਾਂਸੀਆਂ, ਕੁਰਬਾਨੀਆਂ, ਜਲਾਵਤਨੀਆਂ, ਤਸ਼ੱਦਦਾਂ ਦੀ ਕੀਮਤ ਤੇ ਆਜ਼ਾਦੀ ਤਾਂ ਆ ਗਈ। ਰਾਜ ਗੋਰੀ ਚਮੜੀ ਤੋਂ ਭੂਰੀ ਚਮੜੀ ਕੋਲ ਆ ਗਿਆ। ਆਸਾਂ ਬਹੁਤ ਸਨ, ਸੁਪਨੇ ਵੱਡੇ ਸਨ, ਪਰ ਸੁਪਨੇ ਤਾਂ ਸੁਪਨੇ ਹੁੰਦੇ ਨੇ, ਪੂਰੇ ਕਦੋਂ ਹੁੰਦੇ ਨੇ? ਖਾਸ ਕਰਕੇ ਗਰੀਬ ਲੋਕਾਂ ਦੇ। ਕਿਹਨੂੰ ਮਿਲੀ ਆਜ਼ਾਦੀ? ਕਿਹਨੇ ਵੇਖੀ ਆਜ਼ਾਦੀ? ਪੰਜਾਬੀ ਕਵੀ ਗੁਰਦਾਸ ਰਾਮ ਆਲਮ ਨੇ ਆਜ਼ਾਦੀ ਤੋਂ 30 ਸਾਲ ਬਾਅਦ ਵੀ ਲਿਖਿਆ, ਗਰੀਬਾਂ ਨਾਲ ਲੱਗਦੀ ਲੜੀ ਹੋਈ ਹੈ ਖਬਰੇ, ਅਮੀਰਾਂ ਦੇ ਹੱਥੀਂ ਚੜੀ ਹੋਈ ਹੈ ਖਬਰੇ,
ਅਖਬਾਰਾਂ 'ਚ ਪੜ੍ਹਿਆ ਜਰਵਾਣੀ ਜਿਹੀ ਏ, ਕੋਈ ਸੋਹਣੀ ਤਾਂ ਨਹੀਂ, ਐਵੇਂ ਕਹਾਣੀ ਜਿਹੀ ਏ। ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ? ਨਹੀਂ ਬਈ ਭਰਾਵਾ, ਨਾ ਖਾਧੀ ਨਾ ਦੇਖੀ। ਭਾਰਤ ਵਿੱਚ ਭਾਰਤੀਆਂ ਦੀ ਆਪਣੀ ਸਰਕਾਰ ਹੁੰਦਿਆਂ ਵੀ ਇਹੋ ਜਿਹੇ ਹਾਲ ਕਿਉਂ ਹੋਏ? ਭਾਰਤੀ ਇਨਕਲਾਬ ਦੇ ਸਭ ਤੋਂ ਵੱਡੇ ਪ੍ਰਤੀਕ ਭਗਤ ਸਿੰਘ ਦੀ ਫਾਂਸੀ ਦੇ ਬਾਅਦ 90 ਸਾਲ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ 74 ਸਾਲ ਦਾ ਸਮਾਂ ਬੀਤ ਚੁੱਕਾ ਹੈ। ਪਰ ਜੋ ਚੇਤਾਵਨੀ ਭਗਤ ਸਿੰਘ ਨੇ ਵਾਰ-ਵਾਰ ਦਿੱਤੀ ਸੀ ਕਿ ਆਜ਼ਾਦੀ ਉੱਪਰਲੇ 10% ਅਮੀਰ ਲੋਟੂਆਂ ਲਈ ਹੋਵੇਗੀ, ਦੇਸ਼ ਦੇ 90% ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਲੁੱਟ ਅਤੇ ਜ਼ਬਰ ਤੋਂ ਮੁਕਤ ਨਹੀਂ ਹੋਵੇਗੀ। ਬੀਤੇ 74 ਸਾਲਾਂ ਨੇ ਭਗਤ ਸਿੰਘ ਦੀ ਇੱਕ ਚੇਤਾਵਨੀ ਨੂੰ ਸਾਬਤ ਕਰ ਦਿੱਤਾ ਹੈ। ਲੁਟੇਰਿਆਂ ਦੀ ਚਮੜੀ ਦਾ ਰੰਗ ਬਦਲ ਗਿਆ ਹੈ, ਪਰ ਲੁੱਟ ਜ਼ਬਰ ਬੰਦ ਹੋਣੀ ਤਾਂ ਦੂਰ, ਸਗੋਂ ਹੋਰ ਤੇਜ਼ ਹੁੰਦੀ ਗਈ ਹੈ। ਦੇਖੋ, ਦੋ ਤਿੰਨ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ ਭਗਤ ਸਿੰਘ ਦੀ ਸ਼ਹਾਦਤ ਵੇਲੇ ਹਿੰਦੁਸਤਾਨ ਉੱਠਿਆ ਹੋਇਆ ਸੀ, ਬਹੁਤ ਲੱਖਾਂ ਦੀ ਗਿਣਤੀ ਉੱਠਿਆ ਹੋਇਆ ਸੀ। ਅੱਛਾ, ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਚਾਹੇ ਤਾਂ ਉਹ ਯੋਜਨਾਬੱਧ ਤਰੀਕੇ ਨਾਲ, ਚਾਹੇ ਥੋੜਾ ਜਿਹਾ ਸੁਭਾਵਿਕ ਤੌਰ ਤੇ ਹੋਇਆ, ਜਾਂ ਦੋਵੇਂ ਚੀਜ਼ਾਂ ਦਾ ਮਿਲ ਜੁਲ ਕੇ ਹੋਇਆ, ਤੇ ਭਗਤ ਸਿੰਘ ਨੂੰ ਇੱਕ ਸ਼ਹਾਦਤ ਦਾ ਆਈਕਨ ਬਣਾ ਕੇ ਰੱਖਤਾ, ਬਹਾਦਰੀ ਦਾ ਆਈਕਨ ਬਣਾ ਕੇ ਰੱਖਤਾ। ਉਹਦੇ ਵਿਚਾਰ ਜਿਹੜੇ ਉਹਦੀ ਜ਼ਿੰਦਗੀ 'ਚ ਵੀ ਛਪਦੇ ਰਹੇ ਸੀ, ਉਹਦੇ ਜਿਉਂਦੇ ਜੀ ਵੀ ਛਪਦੇ ਰਹੇ ਸੀ, ਇਹਨਾਂ ਵਿਚਾਰਾਂ ਵੱਲ ਧਿਆਨ ਬਹੁਤ ਘੱਟ ਦਿੱਤਾ ਗਿਆ ਤੇ ਇਹਨਾਂ ਵਿਚਾਰਾਂ ਨੂੰ ਕੇਂਦਰ 'ਚ ਨਹੀਂ ਰੱਖਿਆ ਗਿਆ। ਤੇ ਚਲੋ 47 ਤੱਕ ਤਾਂ ਅੰਗਰੇਜ਼ੀ ਰਾਜ ਸੀ, ਲੇਕਿਨ 47 ਤੋਂ ਬਾਅਦ ਜਦੋਂ ਹਿੰਦੁਸਤਾਨੀਆਂ ਦਾ ਆਪਣਾ ਰਾਜ ਹੀ ਹੋਇਆ, ਜਦੋਂ ਦੇਸ਼ ਭਗਤ ਨੂੰ ਮਾਨਤਾ ਦੇਣਾ ਸ਼ੁਰੂ ਹੋਇਆ, ਜਾਂ ਉਸ ਤਰੀਕੇ ਨਾਲ ਜੋ ਆਜ਼ਾਦੀ ਦੇ ਸ਼ਹੀਦ ਹੋਏ ਉਹਨਾਂ ਬਾਰੇ ਥੋੜਾ ਜਿਹਾ ਉਹਨਾਂ ਨੂੰ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ, ਉਸ ਵੇਲੇ ਤਾਂ ਮੈਂ ਸਮਝਦਾ ਕਿ ਬਿਲਕੁਲ ਜਾਣ ਬੁੱਝ ਕੇ ਭਗਤ ਸਿੰਘ ਨੇ ਇੱਕ ਬੁੱਤ ਬਣਾਤਾ ਕਿ ਇਸ ਬੁੱਤ ਦੀ ਗੱਲ 'ਚ ਹਾਰ ਪਾ ਦਿਆ ਕਰੋ। ਤੇ 70 ਤੱਕ ਉਹਦੇ ਹਰਾਇਤ ਵਾਲਾ ਬੁੱਤ ਬਣਾਈ ਰੱਖਿਆ, ਤੇ 70 ਤੋਂ ਬਾਅਦ ਜਦੋਂ ਆਹ ਰੀਜਨਲਿਜ਼ਮ ਤੇ ਇਸ ਕਿਸਮ ਦਾ ਜਿਹੜਾ ਪੈਦਾ ਹੋਇਆ ਤੇ ਧਾਰਮਿਕ ਵਾਲਾ ਪੈਦਾ ਹੋਇਆ, ਤੇ ਉਹਦਾ ਹੈਟ ਲਾ ਕੇ ਉਹਦੇ ਤੇ ਪੱਗ ਪਵਾਤੀ, ਪਰ ਪੱਗ ਵੀ ਜਾਲੀ ਪਵਾਤੀ, ਜਿਹੜੀ ਉਹਨੇ ਕਦੇ ਪਾਈ ਨਹੀਂ ਸੀਗੀ। ਪੀਲੀ ਪੱਗ ਦੀ ਕਦੇ ਭਗਤ ਸਿੰਘ ਨੇ ਕਦੇ ਸਾਰੀ ਉਮਰ ਪੀਲੀ ਪੱਗ ਨਹੀਂ ਬੰਨੀ, ਚਿੱਟੀ ਪੱਗ ਬੰਨੀ ਜਦ ਤੱਕ ਉਹ ਸਰਗਰਮ ਰਿਹਾ। ਜਦੋਂ ਉਹਨੇ ਬਾਲ ਕਟਾਤੇ ਉਦੋਂ ਹੈਟ ਉਹਦੇ ਸਿਰ ਤੇ ਹੁੰਦਾ ਸੀ, ਤੇ ਉਸ ਤੋਂ ਉਹਨੂੰ ਇਹੋ ਜਿਹਾ ਜਾਲੀ ਕਿਸਮ ਦਾ ਕੰਮ ਜਿਹੜੀਆਂ ਸਰਕਾਰਾਂ ਨੇ ਕੀਤਾ ਹੈ, ਤੇ ਉਹਦੀ ਰੂਹ ਨੂੰ ਮਾਰ ਕੇ ਤੇ ਕੋਸ਼ਿਸ਼ ਇਹ ਕੀਤੀ ਹੈ ਕਿ ਬਸ ਉਹਦਾ ਇੱਕ ਬੁੱਤ ਲੋਕਾਂ 'ਚ, ਇਹ ਵੀ ਲੋਕਾਂ 'ਚ ਕਿਉਂਕਿ ਇੰਨਾ ਸਰਕਾਰੀ ਪੈਸਾ ਖਰਚ ਹੁੰਦਾ ਪ੍ਰਚਾਰ ਤੇ, ਇੰਨਾ ਸਾਰੇ ਅਖਬਾਰਾਂ ਰਾਹੀਂ ਕਰਦੇ ਨੇ, ਤੇ ਲੋਕਾਂ ਦੀ ਚੇਤਨਾ ਨੂੰ ਕੁੰਡ ਕਰਨ ਦਾ ਕੰਮ, ਉਹਨੂੰ ਜਿਹੜਾ ਬਿਲਕੁਲ ਸੱਟ ਮਾਰਨ ਦਾ ਕੰਮ ਕੀਤਾ, ਠੰਡਾ ਕਰਨ ਦਾ ਕੰਮ ਕੀਤਾ, ਚੇਤਨ ਹੋਣ ਹੀ ਨਾ ਦੇ। ਲੋਕ ਭਗਤ ਸਿੰਘ ਬਾਰੇ ਜਾਣੇ ਨਹੀਂ ਨਾ, ਬਸ ਲੋਕ ਇਹ ਸਮਝਣਗੇ ਤਾਂ ਸ਼ਹੀਦ ਹੋਇਆ, ਲੋਕ ਵਾਸਤੇ ਸ਼ਹੀਦ ਹੋਇਆ, ਇਹਦੇ 'ਚ ਉਹਨੂੰ ਜਿਹੜਾ ਹੈਗਾ ਨਾ, ਤੇ ਇਹ ਚੀਜ਼ ਇਹ ਜਾਣ ਬੁੱਝ ਕੇ ਸਰਕਾਰਾਂ ਨੇ ਕੀਤਾ। ਪਹਿਲਾਂ ਕੁਛ ਜਾਣ ਬੁੱਝ ਕੇ ਹੋਇਆ, ਕੁਛ ਪੰਚ ਹੋਇਆ, ਤੇ ਉਹਦੇ ਜਿਹੜੇ ਭਗਤ ਸਿੰਘ ਦੇ ਵਿਚਾਰਾਂ ਨੂੰ ਪਰਨਾਏ ਹੋਏ ਲੋਕ ਸੀਗੇ ਉਹ ਖੱਬੇ ਪੱਖੀ ਲਹਿਰ ਦੇ ਲੋਕ ਸੀ, ਤੇ ਖੱਬੇ ਪੱਖੀ ਲਹਿਰ ਵੀ ਕਿਸੇ ਵੇਲੇ ਕਮਿਊਨਿਸਟ ਪਾਰਟੀ ਹੁੰਦੇ ਸੀ ਤਾਂ ਬੜੀ ਮਜ਼ਬੂਤ ਹੋਈ ਸੀ। ਉਦੋਂ ਉਹਨਾਂ ਨੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂ ਇਸ ਗੱਲ ਵੱਲ ਨਹੀਂ ਕੇਂਦਰ ਕੀਤਾ ਕਿ ਭਗਤ ਸਿੰਘ ਸਾਡਾ ਸਭ ਤੋਂ ਵੱਡਾ ਇੱਕ ਤਰੀਕੇ ਨਾਲ ਚਿੰਤਕ ਹੈ ਤੇ ਲੋਕਾਂ ਦੇ ਜਜ਼ਬਾਤ ਨਾਲ ਜੁੜੇ ਹੋਏ ਨੇ, ਤੇ ਜੇ ਅਸੀਂ ਭਗਤ ਸਿੰਘ ਨੂੰ ਕੇਂਦਰ 'ਚ ਰੱਖ ਕੇ ਆਪਦੀ ਲਹਿਰ ਚਲਾਵਾਂਗੇ ਤੇ ਲੋਕ ਜਜ਼ਬਾਤੀ ਤੌਰ ਤੇ ਜ਼ਿਆਦਾ ਲਹਿਰਾਂ ਨਾਲ ਜੁੜਨਗੇ। ਕਹਿਣ ਨੂੰ ਤਾਂ ਭਾਰਤ ਲੋਕਤੰਤਰ ਹੈ, ਪਰ ਆਜ਼ਾਦੀ ਤੋਂ ਬਾਅਦ ਸੱਤਾ ਦੇ ਵਿਰੁੱਧ ਉਠਾਉਣ ਵਾਲੀ ਹਰ ਆਵਾਜ਼ ਨੂੰ, ਹਰ ਲਹਿਰ ਨੂੰ, ਹਰ ਅੰਦੋਲਨ ਨੂੰ ਕੁਚਲ ਦੇਣ ਲਈ ਨਾ ਤਾਂ ਨਵੇਂ-ਨਵੇਂ ਕਾਨੂੰਨਾਂ ਦੀ ਕਮੀ ਹੈ, ਨਾ ਜੇਲ੍ਹ, ਪੁਲਿਸ ਅਤੇ ਫੌਜ ਦੀ। ਇੱਕ ਬ੍ਰਿਟਿਸ਼ ਸਾਮਰਾਜਵਾਦ ਦੀ ਥਾਂ ਦਰਜਨਾਂ ਸਾਮਰਾਜਵਾਦੀ ਡਾਕੂ ਦੇਸੀ ਸੇਠਾਂ ਨਾਲ ਮਿਲ ਕੇ ਭਾਰਤ ਦੇ ਲੋਕਾਂ ਦੀ ਮਿਹਨਤ ਨੂੰ ਅਤੇ ਸਾਡੀ ਧਰਤੀ ਦੇ ਮਾਲ ਖਜ਼ਾਨਿਆਂ ਨੂੰ ਚੂੰਡੀ ਲਾ ਰਹੇ ਹਨ। ਵੱਡੇ ਸਰਮਾਏਦਾਰ ਘਰਾਣਿਆਂ ਦੀ ਪੂੰਜੀ ਵਿੱਚ ਦੁੱਗਣਾ ਚੌਗਣਾ ਨਹੀਂ, ਸਗੋਂ 200 ਗੁਣਾ ਤੋਂ ਲੈ ਕੇ 400 ਗੁਣਾ ਤੱਕ ਦਾ ਵਾਧਾ ਹੋਇਆ ਹੈ, ਜਦ ਕਿ ਦੂਜੇ ਪਾਸੇ ਅੱਧੀ ਆਬਾਦੀ ਨੂੰ ਸਿੱਖਿਆ ਅਤੇ ਦਵਾ ਇਲਾਜ ਤਾਂ ਦੂਰ, ਢਿੱਡ ਭਰ ਕੇ ਰੋਟੀ ਵੀ ਨਸੀਬ ਨਹੀਂ ਹੁੰਦੀ। 1947 ਵਿੱਚ ਦੇਸ਼ ਨੂੰ ਸ਼ਾਇਦ ਅਧੂਰੀ ਅਤੇ ਅਪੰਗ ਆਜ਼ਾਦੀ ਮਿਲੀ। ਦੇਸ਼ ਨੇ ਬਹੁਤ ਇੰਤਜ਼ਾਰ ਕਰ ਲਿਆ, ਕਦੇ ਇਸ ਕਦੇ ਉਸ ਵੋਟ ਪਾਰਟੀ ਤੋਂ ਤਬਦੀਲੀ ਦੀਆਂ ਉਮੀਦਾਂ ਪਾਲ ਕੇ ਬਹੁਤ ਧੋਖਾ ਖਾ ਲਿਆ। ਉਹਨਾਂ ਨੂੰ ਭਗਤ ਸਿੰਘ ਦਾ ਸੁਨੇਹਾ ਸੁਣਨਾ ਹੀ ਹੋਵੇਗਾ
ਸ਼ਾਇਦ ਨਵੇਂ ਵਕਤ ਦਾ ਤਕਾਜ਼ਾ ਨਵੇਂ ਇਨਕਲਾਬ ਦੇ ਰਾਹ ਤੇ ਚੱਲਣ ਦਾ ਹੈ। ਭਗਤ ਸਿੰਘ ਅਨੁਸਾਰ ਲੋਕ ਚੇਤਨਾ ਹੀ ਸਮਾਜਿਕ ਬਦਲਾਵ ਦਾ ਮੁੱਢ ਬਣਦੀ ਹੈ। ਜਿਹੜੇ ਇਨਕਲਾਬ ਹੁੰਦੇ ਨੇ ਇਹ ਲੋਕ ਲੈ ਕੇ ਆਉਂਦੇ ਨੇ, ਤੇ ਜਦ ਤੱਕ ਲੋਕਾਂ 'ਚ ਚੇਤਨਾ ਨਹੀਂ ਫੈਲਦੀ ਤਦ ਤੱਕ ਕੋਈ ਇਨਕਲਾਬ ਕਾਮਯਾਬ ਨਹੀਂ ਹੁੰਦਾ। 4 ਬੰਦੇ ਮਾਰ ਕੇ ਇਨਕਲਾਬ ਨਹੀਂ ਆ ਜਾਂਦਾ, 4 ਜਗ੍ਹਾ ਬੰਦੇ ਚਲਾ ਕੇ ਇਨਕਲਾਬ ਨਹੀਂ ਆ ਜਾਂਦਾ। ਇਨਕਲਾਬ ਲੋਕ ਲੈ ਕੇ ਆਉਂਦੇ ਨੇ, ਤੇ ਇਸ ਕਰਕੇ ਭਗਤ ਨੇ ਆਹੀ ਸੁਪਨਾ ਦੇਖਿਆ ਸੀਗਾ ਜਿਹੜਾ ਹੁਣ ਕਿਸਾਨੀ ਲਹਿਰ ਨੇ ਸਾਕਾਰ ਕੀਤਾ। ਭਗਤ ਸਿੰਘ ਕਹਿੰਦੇ ਸੀ ਨੌਜਵਾਨਾਂ ਨੂੰ, ਉਹਨੇ ਸੁਨੇਹਾ ਦਿੱਤਾ ਸੀ ਪੰਜਾਬ ਸਟੂਡੈਂਟ ਕਾਨਫਰੰਸ ਨੂੰ ਕਿ ਤੁਸੀਂ ਜਾਓ ਖੇਤਾਂ 'ਚ, ਤੁਸੀਂ ਜਾਓ ਕਾਰਖਾਨੇ 'ਚ, ਮਜ਼ਦੂਰਾਂ ਕੋਲ ਜਾਓ, ਕਿਸਾਨਾਂ ਕੋਲ ਜਾਓ, ਉਹਨਾਂ ਨੂੰ ਜਥੇਬੰਦ ਕਰੋ, ਉਹਨਾਂ ਤੋਂ ਜਥੇਬੰਦ ਕਰਕੇ ਉਹਨਾਂ ਚੇਤਨਾ ਜਗਾਓ ਆਪਣੇ ਹੱਕਾਂ ਪ੍ਰਤੀ। ਤੇ ਫਿਰ ਉਹ ਜਦੋਂ ਬਹੁਤ ਲੋਕ ਲਹਿਰ ਦੇ ਵਿੱਚ ਕਾਂਗਰਸ ਬਣ ਕੇ ਉੱਠਣਗੇ, ਜਿਵੇਂ ਨਦੀਆਂ 'ਚ ਸਮੁੰਦਰ 'ਚ ਕਾਂ ਉੱਠਦੀ ਹੈ, ਇਸ ਤਰੀਕੇ ਨਾਲ ਉੱਠਣਗੇ, ਤਦ ਜਾ ਕੇ ਇਨਕਲਾਬੀ ਲਹਿਰ ਅੱਗੇ ਵਧੀ। ਮਤਲਬ ਇਹਦੇ ਨਾਲ ਇਨਕਲਾਬ ਆ ਨਹੀਂ ਗਿਆ ਜਾਂ ਆ ਨਹੀਂ ਜਾਣਾ, ਲੇਕਿਨ ਇੱਕ ਵਿਚਾਰਕ ਇਨਕਲਾਬ ਜ਼ਰੂਰ ਆ ਗਿਆ ਕਿ ਕਿਸਾਨੀ ਨੇ ਉਹ ਜਿਹੜਾ ਭਗਤ ਸਿੰਘ ਦਾ ਸੁਪਨਾ ਸੀ, ਇਸ ਕਿਸਾਨੀ ਲਹਿਰ ਨੇ ਉਹਨੂੰ ਸਾਕਾਰ ਰੂਪ ਦਿੱਤਾ। ਉਹਨੇ ਕਿਹਾ ਸੀ ਆਪਣੇ 2 ਫਰਵਰੀ 31 ਦੇ ਲੈਟਰ ਦੇ ਵਿੱਚ, ਸੁਨੇਹੇ ਦੇ ਵਿੱਚ, ਕਿ ਤੁਸੀਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਬਣਾਓ, ਉਹਨਾਂ ਰਾਹੀਂ ਇਹ ਤਾਂ ਹੀ ਤੁਹਾਡਾ ਇਨਕਲਾਬ ਦਾ ਰਾਹ ਅੱਗੇ ਵਧੀ। ਤੇ ਇਹ ਇਨਕਲਾਬ ਦਾ ਰਾਹ ਖੋਲ੍ਹਿਆ ਕਿਸਾਨੀ ਲਹਿਰ ਨੇ, ਭਗਤ ਸਿੰਘ ਦੇ ਵਿਚਾਰਾਂ ਤੇ ਆਧਾਰਿਤ ਇਨਕਲਾਬ ਦਾ ਰਾਹ ਖੋਲ੍ਹਿਆ, ਮੁਕਲਾ ਕੀਤਾ। ਇੱਕ ਤਰੀਕੇ ਨਾਲ ਕਹਿਣਾ ਕਿ ਇੱਕ ਕਦਮ ਵਧਾਇਆ। ਹੁਣ ਤੱਕ ਤਾਂ ਅਟਕਿਆ ਹੋਇਆ ਸੀ ਇਨਕਲਾਬ, ਮਤਲਬ ਕੋਈ ਵੀ ਜਿਹੜੀ ਇਨਕਲਾਬੀ ਲਹਿਰ ਸੀ ਕਿਸੇ ਪਾਸੇ ਨੂੰ ਵੱਧ ਨਹੀਂ ਸੀ ਰਹੀ ਅੱਗੇ। ਇਸ ਲਹਿਰ ਨੇ ਉਹਦਾ ਭਗਤ ਸਿੰਘ ਦੇ ਵਿਚਾਰਾਂ ਨੂੰ ਸਾਕਾਰ ਰੂਪ ਦਿੱਤਾ। 90 ਸਾਲਾਂ ਮਗਰੋਂ ਸ਼ਾਇਦ ਭਗਤ ਸਿੰਘ ਦੇ ਵਿਚਾਰਾਂ ਨੂੰ ਮੁੜ ਬੂਰ ਪਿਆ ਹੈ। ਲੋਕ ਇਕੱਠੇ ਤਾਂ 3 ਖੇਤੀ ਕਾਨੂੰਨਾਂ ਦੀ ਵਿਰੋਧਤਾ ਵਿੱਚ ਹੋਏ ਹਨ, ਪਰ ਸਮਾਜਿਕ ਪਰਿਵਰਤਨ, ਆਰਥਿਕ ਬਰਾਬਰੀ, ਸਾਂਝੀ ਭਾਈਵਾਲਤਾ ਦੇ ਅਸਲੀ ਮਾਇਨੇ ਅਤੇ ਵਿਚਾਰਾਂ ਦੇ ਸਵਾਦ ਦਾ ਮਜ਼ਾ ਜ਼ਰੂਰ ਚਖਿਆ ਹੈ। ਵੇਖਣ ਨੂੰ ਤਾਂ ਸ਼ਾਇਦ ਅੰਦੋਲਨ ਦਿੱਲੀ ਦੇ ਬਾਰਡਰ ਉੱਪਰ ਹੈ, ਪਰ ਇਸ ਦੀ ਪਹੁੰਚ ਹੁਣ ਉੱਤਰੀ ਭਾਰਤ ਤੋਂ ਅੱਗੇ ਚੱਲ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਪਹੁੰਚਣ ਲੱਗ ਪਈ ਹੈ। ਕਿਧਰੇ ਜ਼ਿਆਦਾ, ਕਿਧਰੇ ਘੱਟ। ਪ੍ਰੋਫੈਸਰ ਚਮਨ ਲਾਲ ਅਨੁਸਾਰ ਕਿਸਾਨ ਅੰਦੋਲਨ ਦਾ ਮੁੱਖ ਮੰਤਵ 3 ਨਵੇਂ ਖੇਤੀ ਕਾਨੂੰਨਾਂ ਦਾ ਵਾਪਸੀ ਨਾਲ ਪੂਰਾ ਹੋ ਜਾਵੇਗਾ, ਪਰ ਭਗਤ ਸਿੰਘ ਦੀ ਇਨਕਲਾਬੀ ਸੋਚ ਦਾ ਜੋ ਦਰਿਆ ਵਹਿਣਾ ਸ਼ੁਰੂ ਹੋਇਆ ਹੈ, ਇਸ ਦਾ ਵਹਾਅ ਆਉਂਦੇ ਸਮੇਂ ਵਿੱਚ ਵੱਧਦਾ ਹੀ ਜਾਪਦਾ ਹੈ। ਅਗਲੇ ਆਉਣ ਵਾਲੇ ਸਾਲਾਂ 'ਚ ਇਹ ਨਿਸ਼ਚਿਤ ਰੂਪ ਦੇ ਵਿੱਚ ਇਹਦਾ ਅਸਰ ਹੋਏਗਾ। ਮਤਲਬ ਐਡੀ ਵੱਡੀ ਲਹਿਰ ਬਣ ਚੁੱਕੀ ਹੈ। ਇਹ ਲਹਿਰ ਆਪਣਾ ਜੇ ਕੋਈ ਇੱਕ ਪੜਾਅ ਤੇ ਜਾ ਕੇ ਖਤਮ ਨਹੀਂ ਹੁੰਦੀ ਹੈ, ਤੇ ਉਸ ਤੋਂ ਬਾਅਦ ਇਹਦੇ ਦੂਰਦਰਸ਼ੀ ਪ੍ਰਭਾਵ ਹੈ ਉਹ ਰਹਿਣਗੇ। ਕਿਸਾਨੀ ਨੂੰ ਇਹਦੀ ਹੁਣ ਜਾਗ ਲੱਗ ਚੁੱਕੀ ਹੈ। ਉਹ ਚਾਹੇ ਹੋਰ ਕੁਛ ਮਹੀਨਿਆਂ 'ਚ ਉਮੜਨ, ਚਾਹੇ ਕੁਛ ਸਾਲਾਂ 'ਚ ਕੋਈ ਉਮੜਨ, ਲੇਕਿਨ ਇਹ ਹੁਣ ਰੁਕਣ ਵਾਲਾ ਨਹੀਂ ਹੈਗਾ ਕੰਮ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਹਰ ਰੋਜ਼ ਕਿਸਾਨ ਲਹਿਰ ਨਾਲ ਜੁੜੇ ਪ੍ਰਦਰਸ਼ਨਕਾਰੀ, ਵੈਨਕੂਵਰ ਵਿੱਚ ਸੜਕਾਂ ਉੱਪਰ ਸੌਂ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ, ਐਡਮਿੰਟਨ, ਕੈਲਗਰੀ, ਆਟਵਾ ਵਿੱਚ ਮਾਈਨਸ ਟੈਂਪਰੇਚਰ ਵਿੱਚ ਲੋਕਾਂ ਦਾ ਬਾਹਰ ਆਉਣਾ, ਅਮਰੀਕਾ ਦੇ ਸ਼ਹਿਰਾਂ ਵਿੱਚ ਕਾਰ ਰੈਲੀਆਂ। ਕਿਸਾਨ ਅੰਦੋਲਨ ਜਿਸ ਵਿੱਚ ਸਮਾਜਿਕ ਪਰਿਵਰਤਨ ਅਤੇ ਸਾਮਰਾਜਵਾਦ ਵਿਰੁੱਧ ਉੱਠ ਰਹੇ ਇਨਕਲਾਬ ਦੀ ਝਲਕ ਹੁਣ ਦੁਨੀਆ ਦੇ ਹੋਰ ਮੁਲਕਾਂ ਵਿੱਚ ਵੀ ਦਿਖਾਈ ਦੇ ਰਹੀ ਹੈ। ਇਸ ਲਹਿਰ ਨੂੰ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਲਹਿਰਾਂ 'ਚ BBC ਨੇ ਰੈਕਗਨਾਈਜ਼ ਕੀਤਾ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ 10 ਲਹਿਰਾਂ ਦੇ ਵਿੱਚ ਇੱਕ ਲਹਿਰ ਹੈ। ਪਰ ਇਸ ਲਹਿਰ ਦਾ ਅਸਰ ਲੋਕਾਂ ਨੂੰ 78 ਦੀ ਟਰੈਕਟਰ ਰੈਲੀ ਵਾਸ਼ਿੰਗਟਨ ਦੀ ਵੀ ਯਾਦ ਕਰਾਤੀ। ਅੱਜ ਕੱਲ੍ਹ ਉਹ ਵੀ ਮੀਡੀਆ 'ਤੇ ਚਰਚਾ ਹੋ ਰਹੀ ਹੈ। 1978 ਦੇ ਵਿੱਚ ਕਿਵੇਂ ਟਰੈਕਟਰ ਰੈਲੀ ਹੋਈ ਸੀ ਵਾਸ਼ਿੰਗਟਨ ਦੇ ਵਿੱਚ। ਤੇ ਇਹ ਸਿੱਧਾ ਜਿਹੜਾ ਹੈਗਾ ਦੁਨੀਆ ਦੇ ਲੋਕ ਉੱਠਣਗੇ, ਤੇ ਦੁਨੀਆ ਦੇ ਕਿਸਾਨ ਇਕੱਲੇ ਹਿੰਦੁਸਤਾਨ ਦੇ ਨਹੀਂ, ਹੁਣ ਬਾਕੀ ਮੁਲਕਾਂ ਦੇ ਜਿਹੜੇ ਕਿਸਾਨ ਵੀ ਉੱਠਣਗੇ। ਅਲਟੀਮੇਟਲੀ WTO ਤੇ ਨਿਸ਼ਾਨਾ ਸਾਧੂਗਾ। ਤੇ ਇਹ ਜਿਹੜੀ ਸਾਮਰਾਜਵਾਦੀ ਤਾਕਤਾਂ ਨੇ, ਇਕੱਲੇ ਹਿੰਦੁਸਤਾਨ ਦੀ ਗੱਲ ਨਹੀਂ, ਇਹ ਪੂਰੇ ਦੁਨੀਆ ਦੇ ਮੁਲਕਾਂ ਨੂੰ ਇਹਨਾਂ ਨੇ ਆਪਦਾ ਸਾਮਰਾਜਵਾਦ ਨੇ ਆਪਦਾ ਗਲਬਾ ਪਾਇਆ ਹੋਇਆ ਹੈ। ਕਾਰਪੋਰੇਟਸ ਨੇ ਸਾਰੀ ਦੁਨੀਆ ਨੂੰ ਆਪਣਾ ਕੀਤਾ ਹੈ। ਇਸ ਕਰਕੇ ਇਹਦੀ ਸਭ ਤੋਂ ਵੱਡੀ ਹਿਸਟੋਰਿਕ ਸਿਗਨੀਫਿਕੈਂਸ ਇਸ ਗੱਲ 'ਚ ਹੈ ਕਿ ਇਹਨੇ ਦੁਨੀਆ ਨੂੰ ਜਗਾਇਆ ਕਿ ਹਿੰਦੁਸਤਾਨ ਦੀ ਕਿਸਾਨੀ ਲਹਿਰ ਨੇ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਭਾਵੇਂ 90 ਸਾਲ ਪਹਿਲਾਂ ਅੱਜ ਦੇ ਦਿਨ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ, ਪਰ ਲੋਕ ਮਾਨਸਿਕਤਾ ਵਿੱਚ ਇਹਨਾਂ ਨੇ ਆਪਣਾ ਘਰ ਆਪਣੇ ਜਿਉਂਦੇ ਜੀ ਹੀ ਬਣਾ ਲਿਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਬਟਵਾਰੇ ਮਗਰੋਂ ਇਹਨਾਂ ਸੂਰਬੀਰਾਂ ਦੀਆਂ ਸ਼ਖਸੀਅਤਾਂ, ਉਹਨਾਂ ਦੇ ਵਿਚਾਰਾਂ ਨੇ ਕੇਵਲ ਭਾਰਤੀ ਲੋਕਾਂ ਨੂੰ ਹੀ ਨਹੀਂ, ਸਗੋਂ ਭਾਰਤੀ ਉਪਦੀਪ ਦੇ ਸਭ ਪਛਿੰਦਿਆਂ ਨੂੰ ਕੀਲ ਕੇ ਰੱਖਿਆ ਹੈ। ਭਗਤ ਸਿੰਘ ਦੇ ਜਨਮ ਦਿਨ ਅਤੇ ਸ਼ਹਾਦਤ ਵਾਲੇ ਦਿਨ
ਲਾਹੌਰ ਵਿੱਚ ਵੀ ਉਹਨਾਂ ਨੂੰ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। ਭਗਤ ਸਿੰਘ ਦੀ ਗਿਆਨ ਪ੍ਰਾਪਤੀ ਦੀ ਖੋਜ, ਉਸਦੇ ਸਿਆਸੀ ਵਿਸ਼ਵਾਸ ਅਤੇ ਸਰਗਰਮੀ ਪਿੱਛੇ ਤਕੜੀ ਵਿਗਿਆਨਕ ਸੋਚ ਦੇ ਲੋਕ ਅੱਜ ਵੀ ਕਾਇਲ ਹਨ। ਪ੍ਰੋਫੈਸਰ ਚਮਨ ਲਾਲ ਜੀ ਅਨੁਸਾਰ ਸਮਾਜਿਕ ਬਦਲਾਓ, ਬਰਾਬਰੀ, ਸਾਂਝੀਵਾਲਤਾ ਹਰ ਕੋਈ ਚਾਹੁੰਦਾ ਹੈ। ਦੇਸ਼, ਸਮਾਜ, ਸਿਆਸਤ ਵਿੱਚ ਕਮੀਆਂ ਹਰ ਕਿਸੇ ਨੂੰ ਦਿਖਾਈ ਦਿੰਦੀਆਂ ਹਨ। ਇੱਕ ਹੋਰ ਭਗਤ ਸਿੰਘ ਮੁੜ ਆਵੇ, ਇੱਕ ਨਵਾਂ ਇਨਕਲਾਬ ਲਿਆਵੇ, ਹਰ ਕਿਸੇ ਦੀ ਤਮੰਨਾ ਹੈ। ਪਰ ਇਹ ਭਗਤ ਸਿੰਘ ਕਿਸੇ ਹੋਰ ਦੇ ਘਰ ਆਵੇ, ਸਾਡੇ ਘਰ ਨਾ ਆਵੇ। ਪਰ ਸਾਨੂੰ ਸ਼ਾਇਦ ਇਕਾਗਰਚਿਤ ਹੋ ਕੇ ਭਗਤ ਸਿੰਘ ਨੂੰ ਦੁਬਾਰਾ ਪੜ੍ਹਨ ਅਤੇ ਸਮਝਣ ਦੀ ਲੋੜ ਹੈ। ਭਗਤ ਸਿੰਘ ਆਪ ਕਹਿੰਦੇ ਸਨ ਕਿ ਸਮਾਜ ਵਿੱਚ ਬਦਲਾਅ, ਇਨਕਲਾਬ ਲੋਕ ਆਪ ਹੀ ਲਿਆ ਸਕਦੇ ਹਨ, ਇਕੱਠੇ ਹੋ ਕੇ। ਇਨਕਲਾਬ ਇੱਕ ਵਿਅਕਤੀ ਨਹੀਂ ਲਿਆ ਸਕਦਾ। ਅਸਲੀ ਇਨਕਲਾਬੀ ਫੌਜਾਂ ਤਾਂ ਸਾਡੇ ਪਿੰਡ ਅਤੇ ਕਾਰਖਾਨੇ ਹਨ, ਕਿਸਾਨ ਅਤੇ ਕਿਰਤੀ ਹਨ। ਪ੍ਰੋਫੈਸਰ ਚਮਨ ਲਾਲ ਜੀ ਅਨੁਸਾਰ ਅੱਜ ਦੇ ਕਿਸਾਨੀ ਅੰਦੋਲਨ ਵਿੱਚ ਭਗਤ ਸਿੰਘ ਦੀ ਸੋਚ ਉੱਪਰ ਚੱਲਣ ਲਈ ਲੋਕ ਅੱਗੇ ਆ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ, ਗ੍ਰਾਂ, ਕਸਬਾ, ਦੇਸ਼ ਵੀ ਉਹਨਾਂ ਦਾ ਸਾਥ ਦੇ ਰਹੇ ਹਨ। ਸਾਡੇ ਘਰ ਦਾ ਬੱਚਾ ਭਗਤ ਸਿੰਘ ਬਣਦਾ ਹੈ ਤੇ ਸਾਡੇ ਵਾਸਤੇ ਸ਼ਾਨ ਦੀ ਗੱਲ ਹੈ। ਇਹ ਕਿਸਾਨਾਂ ਨੇ ਸਾਬਤ ਕੀਤਾ, ਇਹ ਕਿਸਾਨੀ ਲਹਿਰ ਨੇ ਸਾਬਤ ਕੀਤਾ। ਉਹਨਾਂ ਨੇ ਕਿਹਾ ਜਦੋਂ ਕੋਈ ਬੰਦਾ ਸ਼ਹੀਦ ਹੁੰਦਾ ਜਾਂ ਕਿਸਾਨੀ ਲਹਿਰ ਵਾਸਤੇ ਤਾਂ ਉਹਦੇ ਤੇ ਸਾਨੂੰ ਮਾਣ ਹੈ। ਇਸ ਕਰਕੇ ਉਹ ਚਾਹੁੰਦੇ ਨੇ ਕਿ ਕਿਸਾਨੀ ਲਹਿਰ ਨੇ ਦਿਖਾਇਆ ਕਿ ਹਰ ਘਰ 'ਚ ਜੇ ਭਗਤ ਸਿੰਘ ਪੈਦਾ ਹੋਊਗਾ ਤਾਂ ਹੀ ਏਦਾਂ ਅੱਗੇ ਉਹਦੀਆਂ ਲਹਿਰਾਂ ਪੈਦਾ ਹੋਣਗੀਆਂ। ਜੇ ਭਗਤ ਸਿੰਘ ਹਰ ਘਰ 'ਚ ਪੈਦਾ ਨਹੀਂ ਹੋਊਗਾ, ਜੇ ਹਰ ਘਰ 'ਚ ਭਗਤ ਸਿੰਘ ਨਹੀਂ ਬਣੂਗਾ ਤੇ ਫਿਰ ਤਾਂ ਜਿਹੜੇ ਪੈਦਾ ਹੋਣ ਵਾਲੇ ਨੇ ਉਹ ਡਰੱਗ ਖਾ ਕੇ ਹੀ ਆਪਣਾ ਜ਼ਿੰਦਗੀ ਬਰਬਾਦ ਕਰਨਗੇ। ਜੇ ਭਗਤ ਸਿੰਘ ਬਣਨਗੇ ਤਾਂ ਹੀ ਪਰਿਵਾਰ ਦੀ ਵੀ ਮੁਕਤੀ ਹੈ ਤੇ ਉਹਨਾਂ ਦੀ ਮੁਕਤੀ ਹੈ। ਬੰਦੇ ਨੇ ਮਰਨਾ ਤੇ ਹਰ ਕਿਸੇ ਨੇ, ਚਾਹੇ ਜਵਾਨੀ 'ਚ ਮਰੇ ਚਾਹੇ ਬੁਢਾਪੇ 'ਚ ਮਰੇ, ਲੇਕਿਨ ਮਰਨਾ ਕਿਸ ਤਰੀਕੇ ਨਾਲ, ਸ਼ਾਨ ਨਾਲ ਮਰਨਾ ਕਿ ਰੇੜੇ ਰੇੜ ਕੇ ਮਰਨਾ। ਆ ਦਵਾਈਆਂ ਖਾ ਕੇ ਰੇੜੇ ਰੇੜ ਕੇ ਮਰਦੇ ਨੇ ਜਵਾਨੀ। ਜੇ ਇਹੀ ਜਵਾਨੀ ਭਗਤ ਸਿੰਘ ਬਣਦੀ ਹੈ ਇਹੋ ਜਿਹੇ ਮਾਪਿਆਂ ਨੂੰ ਆਪਾਂ ਨੂੰ ਇਹ ਤੇ ਮਾਣ ਕਰਨਾ ਚਾਹੀਦਾ ਕਿ ਹਾਂ ਸਾਡੇ ਬੱਚਾ ਭਗਤ ਸਿੰਘ ਬਣੇ। ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ 23 ਮਾਰਚ 1931 ਦੀ ਸ਼ਾਮ ਹੱਸ ਕੇ ਫਾਂਸੀ ਦੇ ਫੰਦੇ ਗਲਾਂ ਵਿੱਚ ਪਾਏ। ਲੜਾਈ ਕੇਵਲ ਸਾਮਰਾਜਵਾਦ ਤੋਂ ਦੇਸ਼ ਆਜ਼ਾਦ ਕਰਾਉਣ ਦੀ ਨਹੀਂ ਸੀ। ਲੜਾਈ ਸਮਾਜ ਵਿਚਲੇ ਪਰਿਵਰਤਨ, ਲੋਕਾਂ ਦੀ ਬਿਹਤਰੀ ਅਤੇ ਕਲਿਆਣ, ਕਿਰਤੀ ਕਿਸਾਨ ਦੇ ਸੁੱਖ ਅਤੇ ਬਰਾਬਰੀ ਦੀ ਸੀ। ਇਹ ਲੜਾਈ ਅੱਜ ਵੀ ਜਾਰੀ ਹੈ। ਇਹ ਸਭ ਉਸ ਵੇਲੇ ਹੀ ਸੰਭਵ ਹੋਵੇਗਾ ਜਦੋਂ ਇਤਿਹਾਸ ਦਾ ਰੁਖ ਬਦਲਣ ਅਤੇ ਗਤੀ ਤੇਜ਼ ਕਰਨ ਦਾ ਜਿਗਰਾ ਰੱਖਦੇ ਲੋਕ ਆਪ ਅੱਗੇ ਹੋਣਗੇ। ਭਾਰਤ ਉੱਪਰ ਰਾਜ ਕਰਦੇ ਬ੍ਰਿਟਿਸ਼ਰਜ਼ ਲਈ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਸ਼ਾਇਦ ਉਸ ਸ਼ਾਮ ਸਦਾ ਲਈ ਖਾਮੋਸ਼ ਹੋ ਗਏ ਸਨ। ਪਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸੋਚ, ਉਹਨਾਂ ਦਾ ਜਜ਼ਬਾ, ਉਹਨਾਂ ਦੀ ਪ੍ਰੇਰਨਾ ਸਾਡਾ ਮਾਰਗ ਦਰਸ਼ਕ ਹੈ। ਗੌਰ ਨਾਲ ਸੁਣੋ, ਆਪਣੇ ਅੰਦਰ ਵੀ ਅਤੇ ਬਾਹਰ ਵੀ। ਤੁਹਾਨੂੰ ਅੱਜ ਵੀ ਇਨਕਲਾਬ ਜ਼ਿੰਦਾਬਾਦ ਸੁਣਾਈ ਦੇਵੇਗਾ। ਗੌਰ ਨਾਲ ਦੇਖੋ, ਆਪਣੇ ਅੰਦਰ ਵੀ ਅਤੇ ਬਾਹਰ ਵੀ। ਤੁਹਾਨੂੰ ਅੱਜ ਵੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਿਸਣਗੇ। ਆਪਣੀ ਸੋਚ ਅਤੇ ਸ਼ਹਾਦਤ ਕਰਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਅੱਜ ਵੀ ਜਿਉਂਦੇ ਹਨ। ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ।